ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸਤਿਗੁਰੂ ਜੀ ਜਿਗਿਆਸੂ ਵੱਲੋਂ ਕੀਤੇ ਪ੍ਰਸ਼ਨਾਂ ਨੂੰ ਕਥਨ ਕਰਕੇ ਫਿਰ ਉੱਤਰ ਦੇਣਗੇ। ਆਵਣ ਜਾਣਾ ਕਿਉਂ ਰਹਿ, ਕਿਉਂ ਮੇਲਾ ਹੋਈ। ਪ੍ਰਸ਼ਨ ਹੈ ਕਿ ਆਉਣਾ ਜਾਣਾ ਕਿਉਂ ਰਹਿ ਹੈ ਮਹਾਰਾਜ। ਆਉਣ ਜਾਣ ਭਾਵ ਜੰਮਣ ਮਰਨ ਤੋਂ ਕਿਵੇਂ ਰਹਿਤ ਹੋਈਦਾ ਹੈ। ਪ੍ਰਸ਼ਨ ਫਿਰ ਕਿਉਂ ਮੇਲਾ ਹੋਈ। ਵਾਹਿਗੁਰੂ ਦਾ ਮਿਲਾਪ ਕਿਵੇਂ ਹੋਵੇ। ਜਨਮ ਮਰਨ ਕਾ ਦੁੱਖ ਘੜੋ ਨਿਤ ਸਹਿਸਾ ਦੋਈ। ਜੰਮਣ ਮਰਨ ਦਾ ਘਣੋਂ ਬਹੁਤਾ ਦੁੱਖ ਕਸ਼ਟ ਹੈ। ਨਿਤਾ ਪ੍ਰਤੀ ਇਹ ਦੋ ਸੰਸੇ ਬਣੇ ਰਹਿੰਦੇ ਹਨ। ਭਾਵ ਵਾਹਿਗੁਰੂ ਦਾ ਮਿਲਾਪ ਕਿਵੇਂ ਹੋਵੇ ਤੇ ਦੂਸਰਾ ਜੰਮਣ ਮਰਨ ਦਾ ਦੁੱਖ ਕਿਵੇਂ ਨਿਵਰਤ ਹੋਵੇ। ਨਿਤਾ ਪ੍ਰਤੀ ਹੀ ਇਹ ਸੰਸੇ ਬਣੇ ਰਹਿੰਦੇ ਹਨ। ਸੋ ਅਗਲੀਆਂ ਜੋ ਤੁਕਾਂ ਹਨ ਰਹਾਉ ਦੀਆਂ, ਸੋ ਸਤਿਗੁਰੂ ਰਹਾਉ ਵਾਲੀਆਂ ਤੁਕਾਂ ਅੰਦਰ ਹੁਣ ਸਮਾਨ ਰੂਪ ਵਿੱਚ ਉੱਤਰ ਦਿੰਦੇ ਹਨ। ਬਿਨ ਨਾਵੈ ਕਿਆ ਜੀਵਨਾ ਫਿਟ ਤ੍ਰਿਗ ਚਤੁਰਾਈ। ਹੇ ਜੀਵ ਪੁਰਖ ਦਾ ਪਰਮੇਸ਼ਰ ਦੇ ਨਾਮ ਤੋਂ ਬਗੈਰ ਜਿਉਣਾ ਕੀ ਹੈ ਭਾਵ ਨਿਸਫਲ ਹੈ। ਜਿਹੜੀਆਂ ਵਾਕਾਂ ਨਾਲ ਚਤੁਰਾਈ ਸਿਆਣਪ ਦੀਆਂ ਗੱਲਾਂ ਸਿੱਖ ਲੈਣੀਆਂ, ਇਹ ਫਿਟ ਫਿਟਕਾਰ ਤੇ ਤ੍ਰਿਗ ਤਿਰਕਾਰ ਯੋਗ ਹਨ। ਸਤਿਗੁਰ ਸਾਧ ਨ ਸੇਵਿਆ ਹਰ ਭਗਤ ਨ ਭਾਈ ਰਹਾਉ। ਕਿਉਂਕਿ ਉਸਨੇ ਮਨੁੱਖਾ ਜਨਮ ਵਿੱਚ ਸੱਚੇ ਗੁਰਾਂ ਨੂੰ ਸ੍ਰੇਸ਼ਟ ਜਾਣ ਕੇ ਸੱਚੇ ਗੁਰਾਂ ਦੇ ਸ੍ਰੇਸ਼ਟ ਉਪਦੇਸ਼ ਦੁਆਰਾ ਪ੍ਰਭੂ ਨਾਮ ਦਾ ਸੇਵਿਆ ਪੂਜਨ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਪਰਮੇਸ਼ਰ ਦੀ ਭਗਤੀ ਕਰਨੀ ਭਾਈ ਚੰਗੀ ਲੱਗਦੀ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਆਵਣ ਜਾਵਣ ਤਉ ਰਹਿ ਪਾਈਐ ਗੁਰ ਪੂਰਾ। ਜਦੋਂ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਾਪਤ ਹੋ ਜਾਣ ਤਦ ਆਉਣ ਜਾਣ ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਈਦਾ। ਕਿਉਂਕਿ ਰਾਮ ਨਾਮ ਧਨ ਰਾਸ ਦੇ ਬਿਨਸੈ ਭ੍ਰਮ ਕੂਰਾ। ਸਤਿਗੁਰੂ ਜੀ ਰਾਮ ਪਰਮੇਸ਼ਰ ਦੇ ਨਾਮ ਦੀ ਰਾਸ ਪੂੰਜੀ ਦੇ ਦਿੰਦੇ ਹਨ ਅਤੇ ਹਿਰਦੇ 'ਚੋਂ 5 ਪ੍ਰਕਾਰ ਦਾ ਭਰਮ ਭੁਲੇਖਾ ਅਤੇ ਕੂਰਾ ਝੂਠਾ ਸੁਭਾਅ ਵੀ ਬਿਨਸੈ ਨਾਸ਼ ਕਰ ਦਿੰਦੇ ਹਨ। ਭਰਮ ਕਰਕੇ ਜੋ ਕੂਰਾ ਝੂਠਾ ਸੰਸਾਰ ਸਤ ਪ੍ਰਤੀਤ ਹੁੰਦਾ ਹੈ, ਇਹ ਭਰਮ ਵੀ ਨਾਸ਼ ਕਰ ਦਿੰਦੇ ਹਨ। ਸੋ ਅੱਗੇ ਇੱਥੇ ਹੁਣ ਦੂਸਰੇ ਪ੍ਰਸ਼ਨ ਦਾ ਗੁਰੂ ਜੀ ਵਿਸ਼ੇਸ਼ ਕਰਕੇ ਅਗਲੀਆਂ 2 ਪੰਕਤੀਆਂ ਵਿੱਚ ਉੱਤਰ ਦਿੰਦੇ ਹਨ। ਸੰਤ ਜਨਾ ਕਉ ਮਿਲ ਰਹਿ ਧਨ ਧਨ ਜਸ ਗਾਏ। ਇਉਂ ਨਾਮ ਦੀ ਕਮਾਈ ਕਰਨ ਵਾਲੇ ਸੰਤ ਜਨਾ ਮਹਾਤਮਾ ਜਨਾ ਪਿਆਰਿਆਂ ਦੀ ਜਮਾਤ ਤਾਈਂ ਮਿਲਿਆ ਰਹੇ ਅਤੇ ਇਸ ਪ੍ਰਕਾਰ ਜਸ ਕੀਰਤਨ ਨੂੰ ਗਾਉਣਾ ਕਰੇ ਕਿ ਨਾਮ ਜਪਣ ਵਾਲੇ ਮਹਾਂਪੁਰਖ ਧੰਤਾ ਜੋਗ ਹਨ ਅਤੇ ਮੇਰਾ ਵਾਹਿਗੁਰੂ ਵੀ ਧਨ ਧੰਤਾ ਜੋਗ ਹੈ। ਆਦਿ ਪੁਰਖ ਅਪਰੰਪਰਾ ਗੁਰਮੁਖ ਹਰ ਪਾਏ। ਐਸੇ ਗੁਰਮੁਖ ਆਦਿ ਆਦਿ ਮੁੱਢ ਰੂਪ ਪੁਰਖ ਪੂਰਨ ਅਪਰੰਪਰਾ ਪ੍ਰਕਿਰਤੀ ਤੋਂ ਪਰੇ ਜੋ ਹਰੀ ਵਾਹਿਗੁਰੂ ਹੈ ਉਸ ਨੂੰ ਪਾ ਲੈਂਦੇ ਹਨ। ਇਉਂ ਉਸ ਪਰਮੇਸ਼ਰ ਨਾਲ ਮੇਲਾ ਹੋ ਜਾਂਦਾ ਹੈ। ਪ੍ਰਸ਼ਨ ਹੈ, ਹੇ ਸਤਿਗੁਰੂ ਜੀ ਇਹ ਸੰਸਾਰ ਕਿਹੋ ਜਿਹਾ ਹੈ। ਸਤਿਗੁਰੂ ਜੀ ਸੰਸਾਰ ਦੇ ਮਿਥਿਆਪਨ ਵਿੱਚ ਹੁਣ ਦ੍ਰਿਸ਼ਟਾਂਤ ਦਿੰਦੇ ਹਨ। ਨਟੂਐ ਸਾਂਗ ਬਣਾਇਆ ਬਾਜੀ ਸੰਸਾਰਾ। ਜਿਵੇਂ ਨਟੂਐ ਬਾਜੀਗਰ ਮਦਾਰੀ ਨੇ ਸਾਂਗ ਭੇਖ ਬਣਾਇਆ ਹੁੰਦਾ, ਉਸ ਦੀ ਬਾਜੀ ਖੇਲ ਨੂੰ ਸੰਸਾਰਾ ਜਗਤ ਦੇ ਲੋਕ ਸਮਝ ਨਹੀਂ ਸਕਦੇ। ਇਸੇ ਪ੍ਰਕਾਰ ਈਸ਼ਰ ਰੂਪੀ ਨਟੂਐ ਮਦਾਰੀ ਨੇ ਮੈਂ ਇੱਕ ਤੋਂ ਬਹੁਤੇ ਰੂਪ ਹੋਣ ਦਾ ਸਾਂਗ ਭੇਖ ਬਣਾਇਆ ਹੋਇਆ ਅਤੇ ਸਾਰੇ ਸੰਸਾਰਾ ਜਗਤ ਦੀ ਆਪ ਹੀ ਬਾਜੀ ਪਾਈ ਹੋਈ ਆ। ਈਸ਼ਵਰ ਦੇ ਸੰਸਾਰ ਰੂਪੀ ਖੇਲ ਨੂੰ ਅਸੀਂ ਕਿਵੇਂ ਸਮਝ ਸਕਦੇ ਹਾਂ, ਭਾਵ ਨਹੀਂ ਸਮਝ ਸਕਦੇ। ਖਿਨ ਪਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ। ਬਾਜੀ ਛਿਨ ਜਿੰਨਾ ਚਿਰ ਜਾਂ ਪਲ ਪਲਕ ਜਿੰਨਾ ਚਿਰ ਦੇਖੀਦੀ ਹੈ, ਜਦੋਂ ਤਮਾਸ਼ਾ ਕਰਨ ਵਾਲਾ ਬਾਜੀਗਰ ਬਾਜੀ ਨੂੰ ਉਜਰਤ ਉਜਾੜ ਦੇਵੇ
ਤੇ ਫਿਰ 12 ਦੇਰ ਨਹੀਂ ਲੱਗਦੀ। ਭਾਵ ਜੋ ਤਮਾਸ਼ੇ ਵਿੱਚ ਚੀਜ਼ਾਂ ਵਿਖਾਉਂਦਾ ਹੈ ਸਭ ਖਤਮ ਹੋ ਜਾਂਦੀਆਂ ਹਨ। ਇਸੇ ਪ੍ਰਕਾਰ ਜਦੋਂ ਅੰਤਰਜਾਮੀ ਪਰਮੇਸ਼ਰ ਪਰਲੋਂ ਰੂਪੀ ਉਜਾੜ ਲਿਆ ਦਿੰਦਾ, ਉਦੋਂ ਸੰਸਾਰ ਨੂੰ ਨਾਸ਼ ਹੁੰਦਿਆਂ 12 ਦੇਰੀ ਨਹੀਂ ਲੱਗਣੀ। ਅੰਨ ਪਾਉਣ ਥਿਰ ਨਾ ਕੋਈ, ਏਕ ਤੁਈ ਇਉਂ ਇੱਕ ਪਰਮਾਤਮਾ ਹੀ ਅਚਲ ਰਹੇਗਾ ਤੇ ਰਹਿਣ ਵਾਲਾ ਹੈ। ਹਉਮੈ ਚੌਪੜ ਖੇਲਣਾ ਝੂਠੇ ਅਹੰਕਾਰਾ। ਹੇ ਭਾਈ, ਇਹ ਸੰਸਾਰ ਚੌਪੜ ਦੀ ਬਾਜੀ ਦਾ ਖੇਡ ਹੈ। ਚਾਰੇ ਜੁਗਾਂ ਰੂਪੀ ਚੌਪੜ ਹੈ। ਚਾਰੇ ਅੰਤঃਕਰਨ ਮਨ ਬੁੱਧ ਚਿੱਤ ਹੰਕਾਰ ਉੱਤਮ ਮੱਧਮ ਕਨਿਸ਼ਟ ਅਤੇ ਅਧਮ ਅਤੇ ਖੱਤਰੀ ਬ੍ਰਾਹਮਣ ਸੂਦ ਵੈਸ ਗ੍ਰਸਤੀ ਬਾਨਪ੍ਰਸਤੀ ਸੰਨਿਆਸੀ ਤੇ ਬ੍ਰਹਮਚਾਰੀ, ਇਹ 16 ਨਰਦਾਂ ਹਨ। ਜਿਹੜੀ ਦੇਹ ਵਿੱਚ ਇਹਨਾਂ ਦੀ ਹਉਮੈ ਹੰਕਤਾ ਕਰਨੀ ਹੈ, ਇਹ ਚੌਪੜ ਖੇਡਣਾ ਹੈ। ਝੂਠੇ ਅਹੰਕਾਰਾ, ਝੂਠੇ ਤੇ ਹੰਕਾਰੀ ਪੁਰਸ਼ ਹੰਕਤਾ ਦੇ ਸਹਿਤ ਕਰਮਾਂ ਨੂੰ ਕਰਨ ਰੂਪ ਚੌਪੜ ਖੇਡਦੇ ਹਨ। ਮੈਂ ਗ੍ਰਸਤੀ ਹਾਂ, ਮੈਂ ਬਾਣਪ੍ਰਸਤੀ ਹਾਂ, ਮੈਂ ਬ੍ਰਹਮਚਾਰੀ ਹਾਂ, ਐਵੇਂ ਝੂਠਾ ਹੀ ਹੰਕਾਰ ਕਰਦੇ ਰਹਿੰਦੇ ਆ। ਸਭ ਜਗ ਹਾਰੈ ਸੋ ਜਿਣੈ ਗੁਰ ਸ਼ਬਦ ਵਿਚਾਰਾ। ਜਿਵੇਂ ਚੌਪੜ ਦੀ ਖੇਡ ਵਿੱਚ 3 ਡਾਲਣੇ 6 ਕੋਣਾ, 8 ਕੋਣਾ ਲੱਕੜ ਜਾਂ ਧਾਤੂ ਦਾ ਟੁਕੜਾ ਸੁੱਟਣ ਤੋਂ 2 ਡਾਲਣੇ 6 ਚਿੰਨ੍ਹ ਵਾਲੇ, ਤੀਜਾ 1 ਚਿੰਨ੍ਹ ਵਾਲਾ ਪਵੇ ਤਾਂ ਪੱਕੇ ਪੌਂ 12। ਜੇ 1 ਡਾਲਣੇ ਦੇ 6, ਦੂਜੇ ਦੇ 5 ਅਤੇ ਤੀਜੇ ਦਾ 1 ਚਿੰਨ੍ਹ ਆਵੇ ਤਾਂ ਕੱਚੇ ਪੌਂ 12 ਹੁੰਦੇ। ਪੱਕੇ ਪੌਂ 12 ਪੈਣੇ ਬਾਜੀ ਦੀ ਜਿੱਤ ਹੁੰਦੀ ਆ ਅਤੇ ਕੱਚੇ ਪੌਂ 12 ਪੈਣੇ ਬਾਜੀ ਦੀ ਹਾਰ ਹੁੰਦੀ। ਅਸੀਂ ਕਈ ਵਾਰੀ ਕਹਿ ਦਿੰਨੇ ਖੁਸ਼ੀ ਨਾਲ, ਇਸ ਦੀਆਂ ਤੇ ਪੌਂ 12 ਹਨ, ਭਾਵ ਜਿੱਤ ਹੈ। ਠੀਕ ਹੈ, ਖੁਸ਼ਹਾਲੀ ਹੈ ਜ਼ਿੰਦਗੀ ਵਿੱਚ। ਇਸੇ ਤਰ੍ਹਾਂ ਸਾਰਾ ਜਗ ਸੰਸਾਰ ਕਾਮ ਕ੍ਰੋਧ ਲੋਭ ਮੋਹ ਸ਼ਬਦ ਸਪਰਸ਼ ਆਦਿ ਵਿੱਚ ਹਾਰ ਜਾਂਦਾ। ਜਿਹੜਾ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਅਤੇ ਬੁੱਧ ਨੂੰ ਪੱਕੇ ਪੌਂ 12 ਪੈਣ ਦੀ ਨਿਆਈ ਜਿੱਤ ਲਵੇ, ਉਹ ਸੰਸਾਰ ਰੂਪੀ ਬਾਜੀ ਨੂੰ ਜਿਣੈ ਜਿੱਤ ਜਾਂਦਾ ਹੈ। ਸੋ ਸਤਿਗੁਰੂ ਫਰਮਾਉਂਦੇ ਹਨ, ਜੋ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਦਾ ਹੈ, ਉਹ ਸੰਸਾਰ ਰੂਪੀ ਬਾਜੀ ਨੂੰ ਜਿੱਤ ਜਾਂਦਾ ਹੈ। ਜਿਉ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰੈ। ਜਿਵੇਂ ਅੰਨੇ ਪੁਰਖ ਦੇ ਹੱਥਾਂ ਵਿੱਚ ਟੋਹਣੀ ਸੋਟੀ ਲਾਠੀ ਆਸਰਾ ਰੂਪ ਹੁੰਦੀ ਆ, ਭਾਵ ਉਸ ਨੂੰ ਦਿਸਦਾ ਕੁਝ ਵੀ ਨਹੀਂ ਹੁੰਦਾ, ਸੋਟੀ ਨਾਲ ਟੋ ਕੇ ਰਸਤਾ ਲੱਭ ਲੈਂਦਾ। ਸੋ ਇਸੇ ਪ੍ਰਕਾਰ ਹਮਾਰੇ ਸਾਡੇ ਅੰਤਸ਼ਕਰਨ ਰੂਪੀ ਹੱਥ ਵਿੱਚ ਹਰੀ ਨਾਮ ਰੂਪੀ ਸੋਟੀ ਹੈ ਅਤੇ ਨਾਮ ਸ਼ਬਦ ਦਾ ਆਸਰਾ ਲੈ ਕੇ ਅਸੀਂ ਭਗਤੀ ਮਾਰਗ 'ਤੇ ਚੱਲਦੇ ਹਾਂ। ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰੈ। ਜਿਵੇਂ ਕੋਈ ਜੇਕਰ ਅੰਨੇ ਪੁਰਸ਼ ਨੂੰ ਛੇੜੇ ਤਾਂ ਸੋਟੀ ਵੀ ਮਾਰ ਦਿੰਦਾ, ਇਉਂ ਜੇਕਰ ਭਗਤ ਜਨਾਂ ਨੂੰ ਮਾਇਆ ਤੰਗ ਵੀ ਕਰੇ ਤਾਂ ਨਾਮ ਰੂਪੀ ਸੋਟੀ ਨਾਲ ਉਸ ਦੀ ਨਿਵਰਤੀ ਕਰ ਲੈਂਦੇ ਆ। ਇਉਂ ਰਾਮ ਰਮੇ ਹੋਏ ਹਰੀ ਵਾਹਿਗੁਰੂ ਦਾ ਨਾਮ ਹੀ ਸਾਡੀ ਲੋਕ ਪਰਲੋਕ ਵਿੱਚ ਟੇਕ ਓਟ ਹੈ। ਇਸ ਲਈ ਅਸੀਂ ਨਿਸ ਰਾਤ ਦੌਤ ਦਿਨ ਨੂੰ ਵਾਹਿਗੁਰੂ ਨਾਮ ਨੂੰ ਸਵਾਰੈ ਸੰਵਾਰਨਾ ਭਾਵ ਸਿਮਰਨਾ ਕਰਦੇ ਹਾਂ। ਜਿਉ ਤੂੰ ਰਾਖੈ ਤਿਉ ਰਹਾ ਹਰ ਨਾਮ ਆਧਾਰਾ। ਸੋ ਇਉਂ ਬੇਨਤੀ ਕਰੇ, ਕਹਿੰਦੇ ਹੇ ਪਰਮੇਸ਼ਰ, ਜਿਵੇਂ ਤੁਸੀਂ ਸਾਨੂੰ ਪਿੱਛੇ ਰੱਖਦੇ ਸੀ ਉਵੇਂ ਅਸੀਂ ਰਹਿੰਦੇ ਸੀ, ਜਿਵੇਂ ਹੁਣ ਰੱਖਦੇ ਹੋ ਉਸੇ ਪ੍ਰਕਾਰ ਸਾਡਾ ਰਹਿਣਾ ਹੁੰਦਾ। ਹੇ ਹਰੀ ਪਰਮੇਸ਼ਰ, ਸਾਨੂੰ ਤਾਂ ਕੇਵਲ ਤੁਹਾਡੇ ਨਾਮ ਦਾ ਹੀ ਆਧਾਰਾ ਆਸਰਾ ਹੈ। ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ। ਹੇ ਪਰਮੇਸ਼ਰ, ਗੁਰਮੁਖ ਜਨਾਂ ਨੇ ਤੇਰਾ ਨਾਮ ਜਪ ਕੇ ਅੰਤ ਅਖੀਰ ਨੂੰ ਸਖਾਈ ਸਹਾਇਤਾ ਕਰਨ ਵਾਲਾ ਮੁਕਤੀ ਦਾ ਦੁਆਰਾ ਦਰਵਾਜ਼ਾ ਗਿਆਨ ਪ੍ਰਾਪਤ ਕੀਤਾ ਹੈ। ਨਾਮ ਜਪ ਕੇ ਦੁਆਰਾ 9 ਗੋਲਕਾਂ ਵਾਲੀ ਦੇਹ ਤੋਂ ਮੁਕਤ ਹੋ ਗਏ ਹਨ। ਜਨਮ ਮਰਨ ਦੁਖ ਮੇਟਿਆ ਜਪ ਨਾਮ ਮੁਰਾਰੇ। ਇਸ ਪ੍ਰਕਾਰ ਹੈ ਮੁਰਾਰੇ ਮੁਰਾਰੀ ਪਰਮੇਸ਼ਰ, ਗੁਰਮੁਖ ਜਨਾਂ ਨੇ ਤੇਰਾ ਨਾਮ ਜਪ ਕੇ ਸਿਮਰ ਕੇ ਜੰਮਣ ਮਰਨ ਦਾ ਦੁੱਖ ਕਸ਼ਟ ਮੇਟ ਲਿਆ ਹੈ, ਨਾਸ਼ ਕਰ ਲਿਆ ਹੈ। ਨਾਨਕ ਨਾਮ ਨ ਵੀਸਰੈ ਪੂਰਾ ਗੁਰ ਤਾਰੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਸਾਨੂੰ ਆਪ ਜੀ ਦਾ ਅੰਮ੍ਰਿਤ ਨਾਮ ਕਦਾ ਚਿਤ ਵੀ ਨਾ ਭੁੱਲੇ ਨਾ ਵਿਸਰੇ।
ਇਹ ਸੰਸਾਰ ਸਮੁੰਦਰ ਤੋਂ ਤਰਨ ਦਾ ਉਪਦੇਸ਼ ਸਾਨੂੰ ਪੂਰਨ ਸਤਿਗੁਰਾਂ ਨੇ ਦਿੱਤਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨਾਮ ਕਦੇ ਵੀ ਵਿਸਰੈ ਭੁੱਲਦਾ ਨਹੀਂ। ਉਹਨਾਂ ਨੂੰ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰੂਪ ਅੰਮ੍ਰਿਤ ਬਾਣੀ ਤਾਰ ਦਿੰਦੀ ਹੈ। ਆਸਾ ਮਹੱਲਾ ਤੀਜਾ, ਅਸ਼ਟਪਦੀਆਂ ਘਰ ਦੂਜਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਸ ਗੋਇੰਦਵਾਲ ਸਾਹਿਬ ਆ ਕੇ ਅਕਬਰ ਨੇ ਜਿਸ ਵਕਤ ਬੇਨਤੀ ਕੀਤੀ, ਆਪ ਜੀ ਤੀਰਥਾਂ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਅਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਕਰੋ। ਇੱਥੇ ਕਰਮਕਾਂਡੀ ਲੋਕ ਆਪ ਜੀ ਦੇ ਨਾਲ ਈਰਖਾ ਕਰਦੇ ਹਨ ਅਤੇ ਮੇਰੇ ਕੋਲ ਤੁਹਾਡੀਆਂ ਝੂਠੀਆਂ ਸ਼ਿਕਾਇਤਾਂ ਕਰਦੇ ਹਨ। ਮੈਂ ਤੁਹਾਡੇ ਕੋਲੋਂ ਤੀਰਥਾਂ 'ਤੇ ਜਾਣ ਦਾ ਜਜ਼ੀਆ ਟੈਕਸ ਨਹੀਂ ਲਵਾਂਗਾ। ਸਤਿਗੁਰਾਂ ਨੇ ਜੀਵਾਂ ਦੇ ਉਧਾਰ ਵਾਸਤੇ ਤੀਰਥਾਂ 'ਤੇ ਜਾਣ ਦਾ ਉਦਮ ਕੀਤਾ। ਸੋ ਸਤਿਗੁਰਾਂ ਨੇ ਗੁਰੂ ਸਾਹਿਬ ਜੀ ਕੁਰੂਕਸ਼ੇਤਰ ਜਮਨਾ ਤੋਂ ਹੁੰਦਿਆਂ ਹਰਿਦੁਆਰ ਤੋਂ 2 ਮੀਲ ਪੱਛਮ ਵੱਲ ਗੰਗਾ ਕਿਨਾਰੇ ਕਨਖਲ ਸ਼ਹਿਰ ਪਹੁੰਚੇ, ਜਿੱਥੇ ਅੱਜ ਕੱਲ੍ਹ ਗੁਰੂ ਸਾਹਿਬ ਜੀ ਦੇ ਨਾਮ 'ਤੇ ਗੁਰਦੁਆਰਾ ਸਤੀ ਘਾਟ ਸੁਸ਼ੋਭਿਤ ਹੈ। ਸਤਿਗੁਰਾਂ ਦੇ ਦਰਸ਼ਨ ਕਰਕੇ ਖੱਟ ਦਰਸ਼ਨੀਏ ਨਿਹਾਲ ਹੋਏ ਅਤੇ ਪਰਮ ਪਦ ਨੂੰ ਪ੍ਰਾਪਤ ਕੀਤਾ। ਜਿਹੋ ਜਿਹੀ ਕਿਸੇ ਦੀ ਭਾਵਨਾ ਸੀ, ਉਸੇ ਤਰ੍ਹਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਿਹਾ ਸੀ। ਵਿਸ਼ਨੂੰ ਉਪਾਸ਼ਕਾਂ ਨੂੰ ਵਿਸ਼ਨੂੰ ਰੂਪ ਕਰਕੇ, ਰਾਮਚੰਦਰ ਦੇ ਉਪਾਸ਼ਕਾਂ ਨੂੰ ਰਾਮਚੰਦਰ ਰੂਪ ਕਰਕੇ, ਕ੍ਰਿਸ਼ਨ ਉਪਾਸ਼ਕਾਂ ਨੂੰ ਕ੍ਰਿਸ਼ਨ ਰੂਪ ਕਰਕੇ, ਇਸੇ ਪ੍ਰਕਾਰ ਸਾਰੇ ਸਤਿਗੁਰਾਂ ਦੇ ਦਰਸ਼ਨ ਕਰਕੇ ਮੋਹਿਤ ਹੋ ਰਹੇ ਸਨ। ਉੱਥੇ ਬੈਠਿਆਂ ਸਤਿਗੁਰਾਂ ਨੇ ਸੰਗਤ ਦੀ ਇਕੱਤਰਤਾ ਵਿੱਚ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ। ਆਸਾ ਰਾਗ ਮਹੱਲਾ ਤੀਜਾ। ਆਸਾ ਰਾਗ ਵਿੱਚ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅਸ਼ਟਪਦੀਆਂ 8 ਪਦਾਂ ਵਾਲੇ ਸ਼ਬਦ ਘਰ ਦੂਜਾ ਰਾਗ ਦੇ ਦੂਸਰੇ ਸੁਰ ਤਾਲ ਵਿੱਚ ਉਚਾਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਸਾਰਿਆਂ ਦਾ ਓੰਕਾਰ ਪ੍ਰਕਾਸ਼ਕ ਹੈ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਾਸਤ ਬੇਦ ਸਿਮਰਤ ਸਾਰ ਤੇਰਾ, ਸੁਰਸਰੀ ਚਰਨ ਸਮਾਣੀ। ਹੇ ਪਰਮੇਸ਼ਰ, 6 ਸ਼ਾਸਤਰ 4 ਵੇਦ 27 ਸਿਮਰਤੀਆਂ, ਇਹ ਤੁਹਾਡਾ ਵਿਚਾਰ ਦਾ ਸਰ ਸਮੁੰਦਰ ਬਣਿਆ ਹੋਇਆ ਅਤੇ ਸੁਰਸਰੀ ਦੇਵਤਿਆਂ ਦੀ ਨਦੀ ਗੰਗਾ ਵੀ ਤੁਹਾਡੇ ਚਰਨਾਂ ਵਿੱਚ ਸਮਾਣੀ ਸਮਾ ਰਹੀ ਹੈ। ਸੋ ਜਿਸ ਵਕਤ ਵਿਸ਼ਨੂੰ ਜੀ 52 ਰੂਪ ਧਾਰ ਕੇ ਬ੍ਰਹਮ ਲੋਕ ਵਿੱਚ ਗਏ ਸੀ, ਉਸ ਵਕਤ ਬ੍ਰਹਮਾ ਨੇ ਚਰਨ ਧੋ ਕੇ ਚਰਨਾਂ ਦਾ ਪਾਣੀ ਕਮੰਡਲ ਵਿੱਚ ਪਾ ਲਿਆ ਸੀ। ਸੋ ਜਿਸ ਵੇਲੇ ਸਗਰ ਦੀ ਕੁੱਲ ਵਿੱਚੋਂ 7ਵੇਂ ਥਾਂ ਭਗੀਰਥ ਨੇ ਆਪਣੇ ਪਿਤਰਾਂ ਦੇ ਉਧਾਰ ਲਈ ਹਿਮਾਲਿਆ ਦੇ ਗੋਕਰਨ ਅਸਥਾਨ 'ਤੇ ਘੋਰ ਤਪ ਕਰਕੇ ਬ੍ਰਹਮਾ ਨੂੰ ਪ੍ਰਸੰਨ ਕੀਤਾ। ਬ੍ਰਹਮਾ ਨੇ ਗੰਗਾ ਦੇਣ ਦਾ ਵਾਅਦਾ ਕੀਤਾ, ਪਰ ਕਠਿਨਾਈ ਦੱਸੀ ਕਿ ਆਕਾਸ਼ ਤੋਂ ਆਈ ਗੰਗਾ ਨੂੰ ਸ਼ਿਵਜੀ ਤੋਂ ਬਿਨਾਂ ਕੋਈ ਝੱਲ ਨਹੀਂ ਸਕਦਾ। ਇਸ ਲਈ ਪਹਿਲਾਂ ਸ਼ਿਵਜੀ ਨੂੰ ਖੁਸ਼ ਕਰੋ। ਭਗੀਰਥ ਨੇ ਤਪ ਕਰਕੇ ਸ਼ਿਵਜੀ ਨੂੰ ਪ੍ਰਸੰਨ ਕਰਕੇ ਗੰਗਾ ਨੂੰ ਧਾਰਨ ਕਰਨ ਦੀ ਗੱਲ ਮਨਵਾਈ। ਜਦ ਬ੍ਰਹਮਾ ਨੇ ਗੰਗਾ ਆਕਾਸ਼ ਤੋਂ ਭੇਜੀ, ਤਦ ਸ਼ਿਵਜੀ ਨੇ ਆਪਣੇ ਜਟਾ ਜੂਟ ਇਤਨਾ ਫੈਲਾ ਲਏ ਕਿ 1000 ਵਰ੍ਹੇ ਗੰਗਾ ਨੂੰ ਨਿਕਲਣ ਦਾ ਰਾਹ ਨਾ ਲੱਭਿਆ। ਅੰਤ ਨੂੰ ਭਗੀਰਥ ਦੀ ਪ੍ਰਾਰਥਨਾ ਮੰਨ ਕੇ ਸ਼ਿਵਜੀ ਨੇ ਜਟਾਂ ਵਿੱਚੋਂ ਗੰਗਾ ਕੱਢੀ, ਜਿਸ ਦੇ 7 ਪ੍ਰਵਾਹ ਹੋਏ। ਹਾਰਦਿਨੀ, ਪਾਵਨੀ, ਨਲਨੀ ਨਾਮਕ 3 ਪ੍ਰਵਾਹ ਪੂਰਬ ਦੀ ਤਰਫ ਵਹੇ। ਵੰਸ਼, ਸੀਤਾ ਅਤੇ ਸਿੰਧ ਨਾਮਕ 3 ਪ੍ਰਵਾਹ ਪੱਛਮ ਵੱਲ ਵਹੇ। ਇੱਕ ਪ੍ਰਵਾਹ ਭਗੀਰਥ ਦੇ ਰਥ ਪਿੱਛੇ ਤੁਰਿਆ। ਜਿੱਥੋਂ ਦੀ ਭਗੀਰਥ ਦਾ ਰਥ ਗਿਆ, ਪਿੱਛੇ ਹੀ ਗੰਗਾ ਦਾ ਪ੍ਰਵਾਹ ਵਹਿਣ ਲੱਗਾ। ਇਹ ਉਸਨੇ ਆਪਣੇ ਪਿਤਰਾਂ ਦਾ ਉਧਾਰ ਕੀਤਾ। ਇਸੇ ਪ੍ਰਕਾਰ ਗੰਗਾ ਤੁਹਾਡੇ ਚਰਨਾਂ ਦੀ ਭਾਵ ਨੌਹਾਂ ਦਾ ਪਸੀਨਾ ਹੈ। ਸਾਖਾ ਤੀਨ ਮੂਲ ਮਤ ਰਾਵੈ, ਤੂੰ ਤਾਂ ਸਰਬ ਵਿਡਾਣੀ। ਵੇਦਾਂ ਵਿੱਚ 3 ਸ਼ਾਖਾਵਾਂ ਕਰਮ, ਉਪਾਸਨਾ ਤੇ ਗਿਆਨ ਹਨ। ਜੋ 3 ਸ਼ਾਖਾਵਾਂ ਵਾਲੇ ਵੇਦ ਹਨ, ਉਹ ਵੀ ਮੂਲ ਮੁੱਢ ਰੂਪ ਪਰਮੇਸ਼ਰ ਨੂੰ ਮਤ ਬੁੱਧੀ ਕਰਕੇ ਰਾਵੈ ਉਚਾਰਨ ਕਰਨ ਦਾ ਉਪਦੇਸ਼ ਦਿੰਦੇ ਹਨ।
ਜੋ ਤਿੰਨ ਸ਼ਖਾਵਾਂ ਰਜੋ ਤਮੋ ਸਤੋ ਗੁਣਾਂ ਦਾ ਮੁੱਢ ਰੂਪ ਬ੍ਰਹਮ ਹੈ, ਉਸ ਨੂੰ ਮਹਾਤਮਾ ਜਨ ਬੁੱਧੀ ਕਰਕੇ ਰਾਵੈ ਉਚਾਰਦੇ ਹਨ। ਸੋ ਸਤਿਗੁਰੂ ਫਰਮਾਉਂਦੇ ਹਨ ਕਿ ਹੇ ਭਾਈ, ਜੋ ਇਹ ਤਿੰਨ ਸ਼ਖਾਵਾਂ ਹਨ ਸੋ ਮੁੱਢ ਰੂਪ ਪਰਮੇਸ਼ਰ ਹੀ ਹੈ, ਜਿਸ ਨੇ ਤਿੰਨੇ ਦੇਵਤੇ ਸਾਖਾ ਟਾਹਣੀਆਂ ਦੀ ਨਿਆਈ ਪੈਦਾ ਕੀਤੇ। ਅਸੀਂ ਉਸ ਮੁੱਢ ਰੂਪ ਪਰਮੇਸ਼ਰ ਨੂੰ ਗੁਰਾਂ ਦੀ ਮਤ ਸਿੱਖਿਆ ਦੁਆਰਾ ਰਾਵੈ ਉਚਾਰਨ ਕਰਦੇ ਹਾਂ। ਇਉਂ ਬੇਨਤੀ ਕਰਦੇ ਹਾਂ ਕਿ ਹੇ ਪਰਮੇਸ਼ਰ, ਤੂੰ ਹੀ ਸਰਬ ਸਾਰਿਆਂ ਤੋਂ ਵਿਡਾਣੀ ਅਸਚਰਜ ਰੂਪ ਭਾਵ ਸਾਰੇ ਵਿਆਪਕ ਹੈ। ਤਾਂ ਕਿ ਚਰਨ ਜਪੈ ਜਨ ਨਾਨਕ, ਬੋਲੇ ਅੰਮ੍ਰਿਤ ਬਾਣੀ ਰਹਾਉ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਤਾਂ ਉਸ ਦੇ ਚਰਨਾਂ ਦਾ ਹੀ ਜਾਪ ਕਰਦੇ ਹਾਂ ਅਤੇ ਉਸ ਦੀ ਧੁਰ ਕੀ ਬਾਣੀ ਦੇ ਅਮਰ ਕਰਨ ਵਾਲੇ ਸਤਿਨਾਮ ਰੂਪ ਬੋਲੇ ਬਚਨਾਂ ਨੂੰ ਉਚਾਰਦੇ ਹਾਂ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, 33 ਕਰੋੜੀ ਦਾਸ ਤੁਮਾਰੇ, ਰਿੱਧ ਸਿੱਧ ਪ੍ਰਾਣ ਆਧਾਰੀ। ਹੇ ਪਰਮੇਸ਼ਰ, ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਅਯਾਨ ਸੰਗਿਆ ਵਾਲੇ 33 ਕਰੋੜ ਦੇਵੀ ਦੇਵਤੇ ਹਨ, ਉਹ ਸਾਰੇ ਤੁਹਾਡੇ ਹੀ ਦਾਸ ਸੇਵਕ ਹਨ। ਅਤੇ ਰਿੱਧ ਰਿੱਧੀਆਂ ਦੀ ਇੱਛਾ ਕਰਨ ਵਾਲੇ ਪੁਰਖ, ਸਿੱਧ ਸਿੱਧੀਆਂ ਦੀ ਇੱਛਾ ਕਰਨ ਵਾਲੇ ਸਿੱਧ ਪੁਰਖ, ਸਾਰਿਆਂ ਦੇ ਪ੍ਰਾਣ ਸਵਾਸਾਂ ਦਾ ਆਧਾਰੀ ਆਸਰਾ ਰੂਪ ਤੂੰ ਆਪ ਹੀ ਹੈ। ਤਾਂ ਕਿ ਰੂਪ ਨ ਜਾਹੀ ਲਖਣੇ, ਕਿਆ ਕਰ ਆਖ ਵਿਚਾਰੀ। ਹੇ ਪਰਮੇਸ਼ਰ, ਤਿਸ ਭਾਵ ਆਪ ਜੀ ਦੇ ਰੂਪ ਸਰੂਪ ਨੂੰ 33 ਕਰੋੜ ਦੇਵੀ ਤੇ ਦੇਵਤੇ, ਰਿੱਧੀਆਂ ਸਿੱਧੀਆਂ ਵਾਲੇ ਪੁਰਖ ਲਖਣਾ ਨਹੀਂ ਜਾਣਦੇ। 84 ਲੱਖ ਜੂਨ ਦੇ ਰੂਪ ਆਕਾਰ ਲਖਣੇ ਨਹੀਂ ਜਾਂਦੇ। ਅਸੀਂ ਮੁਖ ਦੁਆਰਾ ਆਖ ਕਹਿ ਕਰਕੇ ਕੀ ਵਿਚਾਰੀ ਵਿਚਾਰ ਦਸੀਏ। 3 ਗੁਣਾ ਤੇਰੇ ਜੁਗ ਹੀ ਅੰਤਰ, ਚਾਰੇ ਤੇਰੀਆ ਖਾਣੀ। ਹੇ ਪਰਮੇਸ਼ਰ, ਤੁਹਾਡੇ ਬਣਾਏ ਹੋਏ ਤਿੰਨੇ ਗੁਣ ਰਾਜਸੀ ਤਾਮਸੀ ਸਾਂਤਕੀ ਸਾਰੇ ਜੁਗ ਜੁਗਾਂ ਦੇ ਅੰਤਰ ਵਿੱਚ ਹੀ ਵਰਤ ਰਹੇ ਹਨ ਅਤੇ ਚਾਰੇ ਖਾਣੀ ਖਾਣੀਆਂ ਅੰਡਜ ਜੇਰਜ ਸੇਤਜ ਉਤਪੁਜ ਵੀ ਤੁਹਾਡੀਆਂ ਹੀ ਬਣਾਈਆਂ ਹੋਈਆਂ ਹਨ। ਕਰਮ ਹੋਵੈ ਤਾਂ ਪਰਮ ਪਦ ਪਾਈਐ, ਕਥੇ ਅਕਥ ਕਹਾਣੀ। ਹੇ ਪਰਮੇਸ਼ਰ, ਜੇਕਰ ਜੀਵ ਦੇ ਚੰਗੇ ਕਰਮ ਕੰਮ ਨਿਸ਼ਕਾਮ ਕਰਮ ਕੀਤੇ ਹੋਣ ਤਾਂ ਪਰਮ ਪਦ ਕੇਵਲ ਮੋਖ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਉਹ ਸਤਿਗੁਰੂ ਸਾਹਿਬ ਜੀ ਦੇ ਅਕਥ ਕਥਨ ਤੋਂ ਰਹਿਤ ਸਰੂਪ ਦੀ ਕਹਾਣੀ ਕਥਾ ਨੂੰ ਕਥੇ ਕਥਨ ਕਰ ਲੈਂਦਾ ਹੈ। ਜੋ ਸ਼ਕਤੀ ਬਿਰਤੀ ਕਰਕੇ ਅਕਥ ਹੈ, ਉਸ ਕਹਾਣੀ ਕਥਾ ਦੇ ਤਾਈਂ ਲਖਣਾ ਬਿਰਤੀ ਕਰਕੇ ਕਥੇ ਕਥਨ ਕਰ ਲੈਂਦਾ ਹੈ। ਤੂੰ ਕਰਤਾ ਕੀਆ ਸਭ ਤੇਰਾ, ਕਿਆ ਕੋ ਕਰੇ ਪ੍ਰਾਣੀ। ਹੇ ਪਰਮੇਸ਼ਰ, ਤੂੰ ਹੀ ਕਰਤਾ ਰਚਨਹਾਰ ਹੈ ਅਤੇ ਸਾਰਾ ਸੰਸਾਰ ਤੇਰਾ ਹੀ ਪੈਦਾ ਕੀਤਾ ਹੋਇਆ। ਕੋਈ ਪ੍ਰਾਣੀ ਪ੍ਰਾਣਾਧਾਰੀ ਜੀਵ ਕੀ ਤੇਰੀ ਰਚਨਾ ਨੂੰ ਜਾਣ ਸਕਦਾ। ਜਾ ਕੋ ਨਦਰ ਕਰਹਿ ਤੂੰ ਆਪਣੀ, ਸਾਈ ਸੱਚ ਸਮਾਣੀ। ਜਿਨ੍ਹਾਂ ਉੱਤੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਤੂੰ ਆਪਣੀ ਕਿਰਪਾ ਦੀ ਮਿਹਰ ਨਦਰ ਦ੍ਰਿਸ਼ਟੀ ਕਰ ਦੇਵੇਂ, ਉਹਨਾਂ ਦੀ ਗੁਰਾਂ ਦੁਆਰੇ ਤੇਰੇ ਸਤ ਸਰੂਪ ਵਿੱਚ ਬਿਰਤੀ ਸਮਾਣੀ ਸਮਾ ਭਾਵ ਅਭੇਦ ਹੋ ਜਾਂਦੀ ਆ। ਨਾਮ ਤੇਰਾ ਸਭ ਕੋਈ ਲੇਤ ਹੈ, ਜੇਤੀ ਆਵਣ ਜਾਣੀ। ਇਹ ਜਿਤਨੀ ਆਉਣ ਜਾਣ ਵਾਲੀ ਸ੍ਰਿਸ਼ਟੀ ਵਿੱਚ ਜੀਵ ਹਨ, ਉਹ ਸਾਰੇ ਕੋਈ ਤੇਰਾ ਹੀ ਨਾਮ ਲੇਤ ਕਈਏ ਲੈਂਦੇ ਹਨ। ਜਾ ਤੁਧ ਭਾਵੈ ਤਾ ਗੁਰਮੁਖ ਬੂਝੈ, ਹੋਰ ਮਨਮੁਖ ਫਿਰੈ ਇਹ ਆਣੀ। ਜਦੋਂ ਤੁਹਾਨੂੰ ਪਾ ਜਾਵੇ ਤਾਂ ਹੀ ਜੀਵ ਮੁਖੀ ਗੁਰਾਂ ਦੀ ਸੰਗਤ ਕਰਕੇ ਗੁਰਮੁਖ ਬਣ ਕੇ ਤੇਰੇ ਨਾਮ ਨੂੰ ਬੂਝੈ ਸਮਝਦਾ ਹੈ ਅਤੇ ਹੋਰ ਮਨ ਮੁੱਖਾਂ ਦੀ ਸ੍ਰਿਸ਼ਟੀ ਇਆਣੀ ਕਹੀਏ ਅਗਿਆਤ ਭਾਵ ਗਿਆਨ ਤੋਂ ਰਹਿਤ ਹੀ ਫਿਰਦੀ ਹੈ। ਚਾਰੇ ਵੇਦ ਬ੍ਰਹਮੇ ਕਉ ਦੀਏ, ਪੜ ਪੜ ਕਰੇ ਵਿਚਾਰੀ। ਈਸ਼ਵਰ ਨੇ ਚਾਰੇ ਵੇਦ ਜੋ ਜੀਵਾਂ ਨੂੰ ਕਰਮ ਧਰਮ ਕਰਾਉਣ ਵਾਸਤੇ ਬ੍ਰਹਮਾ ਜੀ ਨੂੰ ਸਫੁਰਨ ਕਰਾ ਦਿੱਤੇ ਹਨ, ਭਾਵ ਸਫੁਰਨ ਕਰਾਉਣਾ ਕੀਤੇ ਹਨ, ਉਹਨਾਂ ਨੂੰ ਪੜ ਪੜ ਕਹੀਏ ਉਚਾਰ ਕੇ ਬ੍ਰਹਮਾ ਨਿਰਣਾ ਕਰਦਾ ਹੈ।
ਵਿਦਵਾਨ ਲੋਕ ਵੇਦਾਂ ਨੂੰ ਪੜ੍ਹ ਕੇ ਵਿਚਾਰੀ ਕਈਏ ਨਿਰਣਾ ਕਰਕੇ ਦੱਸਦੇ ਹਨ। ਤਾ ਕਾ ਹੁਕਮ ਨ ਬੂਝੈ ਬਪੜਾ, ਨਰਕ ਸੁਰਗ ਅਵਤਾਰੀ। ਉਸ ਪਰਮੇਸ਼ਰ ਦਾ ਹੁਕਮ ਭਾਣਾ ਉਹ ਬਪੜਾ ਤੁਛ ਵਿਚਾਰਾ, ਬੂਝੈ ਸਮਝ ਨਾ ਸਕਿਆ। ਜਿਸ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਬੁੱਝੇ ਤੋਂ ਬਿਨਾਂ ਬ੍ਰਹਮਾ ਵੀ ਨਰਕ ਦੁੱਖ ਸਵਰਗ ਸੁੱਖ ਵਿੱਚ ਜਨਮ ਧਾਰ ਕੇ ਅਵਤਾਰੀ ਹੁੰਦਾ ਆਉਣ ਜਾਣਾ ਵਾਲਾ ਬਣਿਆ ਰਿਹਾ। ਜੁਗ ਹੈ ਕੇ ਰਾਜੇ ਕੀਏ, ਗਾਵਹਿ ਕਰ ਅਵਤਾਰੀ। ਜੁਗਾਂ ਜੁਗਾਂ ਦੇ ਜੋ ਰਾਜੇ ਬਣਾਉਣਾ ਕੀਤੇ ਹਨ। 52 ਤੇ ਨਰਸਿੰਘ ਸਤਜੁਗ ਦੇ ਰਾਜੇ, ਤ੍ਰੇਤੇ ਦੇ ਅੰਦਰ ਰਾਮਚੰਦਰ ਜੀ, ਦੁਆਪਰ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਹੋਏ ਹਨ। ਕਲਯੁਗ ਵਿੱਚ ਕਲਕੀ ਅਵਤਾਰ ਹੋਇਆ, ਇਹਨਾਂ ਨੂੰ ਹੋਵੇਗਾ। ਸੋ ਇਹਨਾਂ ਨੂੰ ਵਿਸ਼ਨੂੰ ਦੇ ਅਵਤਾਰੀ ਅਵਤਾਰ ਜਾਣ ਕਰਕੇ ਲੋਕ ਗਾਉਂਦੇ ਹਨ। ਤਿਨ ਭੀ ਅੰਤ ਨ ਪਾਇਆ, ਤਾਕਾ ਕਿਆ ਕਰ ਆਖ ਵਿਚਾਰੀ। ਉਹਨਾਂ ਅਵਤਾਰਾਂ ਨੇ ਵੀ ਤਾਕਾ ਉਸ ਵਾਹਿਗੁਰੂ ਦਾ ਅੰਤ ਓੜਕ ਨਹੀਂ ਪਾਉਣਾ ਕੀਤਾ। ਕਿਆ ਕੋ ਹੋਰ ਕੋਈ ਕੀ ਮੁਖ ਦੁਆਰਾ ਵਿਚਾਰ ਕਰਕੇ ਕਹਿ ਸਕਦਾ ਹੈ। ਤੂੰ ਸੱਚਾ ਤੇਰਾ ਕੀਆ ਸਭ ਸਾਚਾ, ਦੇਹ ਤਸਾਚ ਵਖਾਣੀ। ਹੇ ਪਰਮੇਸ਼ਰ, ਤੂੰ ਆਪ ਸੱਚ ਸਰੂਪ ਹੈ। ਸਾਰਿਆਂ ਅੰਦਰ ਜੋ ਤੇਰਾ ਵਿਵਰਤ ਰੂਪ ਹੈ ਉਹ ਵੀ ਸੱਚਾ ਹੀ ਹੈ। ਜਿਵੇਂ ਸੋਨੇ ਦਾ ਗਹਿਣਾ ਸੋਨਾ ਹੀ ਰਹਿੰਦਾ, ਇਵੇਂ ਹੇ ਪਰਮੇਸ਼ਰ ਆਪ ਹੀ ਸਾਰਿਆਂ ਅੰਦਰ ਸਾਖੀ ਰੂਪ ਹੋ ਕੇ ਤੂੰ ਸੱਚਾ ਹੀ ਹੈ। ਜੇ ਪਰਮੇਸ਼ਰ ਤੁਸੀਂ ਕਿਰਪਾ ਕਰਕੇ ਔਗਣਾਂ ਨੂੰ ਬਖਸ਼ ਦੇਵੋ ਤਾਂ ਅਸੀਂ ਤੇਰੇ ਸੱਚੇ ਨਾਮ ਦਾ ਵਖਾਣੀ ਵਖਿਆਣ ਕਰੀਏ। ਜਾ ਕੋ ਸੱਚ ਬੁਝਾਵਹਿ ਆਪਣਾ, ਸਹਿਜੇ ਨਾਮ ਸਮਾਣੀ। ਜਾਗੋ ਕਹੀਏ ਜਿਸ ਨੂੰ ਕਿਰਪਾ ਕਰਕੇ ਗੁਰਾਂ ਦੁਆਰਾ ਆਪਣਾ ਸਤ ਚਿੱਤ ਆਨੰਦ ਸਰੂਪ ਬੁਝਾਵਹਿ ਸਮਝਾ ਦੇਵੇ, ਉਸ ਦੀ ਬਿਰਤੀ ਸੁਤੇ ਸਿੱਧ ਹੀ ਤੇਰੇ ਨਾਮੀ ਸਰੂਪ ਦੇ ਵਿੱਚ ਸਮਾਣੀ ਸਮਾ ਜਾਂਦੀ ਹੈ, ਭਾਵ ਅਭੇਦ ਹੋ ਜਾਂਦੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।